जी हाँ, साढ़े ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲਮਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਵਾਲੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਦਿਲਪ੍ਰੀਤ ਧੰਨਵਾਦ, ਬਹੁਤ ਮਿਹਰਬਾਨੀ। ਔਰ ਨਿਗਾਹ ਮਾਰਦੇ ਹਾਂ ਅੱਜ ਦੀਆਂ ਕੁਛ ਅਹਿਮ ਗੱਲਾਂ ਬਾਤਾਂ ਦੇ ਉੱਤੇ। ਮੁਲਕ ਦੇ ਵਿੱਚ ਸੂਬੇ ਦੇ ਵਿੱਚ ਕੀ ਕੁਛ ਜਿਹੜਾ ਹੋ ਰਿਹਾ ਜਾਂ ਹੋ ਸਕਦਾ ਜੀ, ਚਾਹੇ ਉਹ ਲੋਕ ਸਭਾ ਚਾਹੇ ਰਾਜ ਸਭਾ ਹੈ, ਚੱਲਣ ਦਾ ਨਾਮ ਜਿਹੜਾ ਦੀ ਉਹ ਨਹੀਂ ਲੈ ਰਹੀਆਂ, ਕਿਉਂਕਿ ਇਸ ਵਾਰੀ ਇੱਥੇ ਖਾਸੀਅਤ ਜਿਹੜੀ ਹੈ ਜੀ ਉਹ ਇਸ ਚੀਜ਼ ਦੀ ਹੈ ਕਿ ਸਰਕਾਰ ਨਹੀਂ ਇੰਟਰਸਟਡ ਹੈ ਕਿ ਲੋਕ ਸਭਾ ਤੇ ਰਾਜ ਸਭਾ ਚੱਲੇ, ਕਿਉਂਕਿ 19 ਨੇੜੇ ਆ ਰਿਹਾ। ਉਹ ਮੁੱਦੇ ਜਿਹੜੇ ਆ ਉਭਰਨ ਜਿਹੜੇ ਕਿ ਉਹਨੂੰ ਮੁਸੀਬਤ ਦੇ ਵਿੱਚ ਪਾ ਸਕਦੇ ਆ, ਜਵਾਬ ਉਹਦੇ ਕੋਲੇ ਕੋਈ ਹੈ ਨਹੀਂ। ਜਿਹੜੀ ਗੇਮ ਖੇਡੀ ਜਾ ਰਹੀ ਆ ਉਹ ਇਹੀ ਆ ਕਿ ਜਿਹੜੀਆਂ ਧਿਰਾਂ NDA ਦੇ ਪਾਰਟ ਨੇ, ਜਦੋਂ ਰਾਜ ਸਭਾ ਜਾਂ ਲੋਕ ਸਭਾ ਸ਼ੁਰੂ ਹੁੰਦੀ ਆ ਤਾਂ ਉਹ ਝੱਟ ਦੇਣੀ ਵੈਲ ਦੇ ਵਿੱਚ ਆ ਜਾਂਦੀਆਂ ਨੇ, ਜਿੰਦਾਬਾਦ ਮੁਰਦਾਬਾਦ। ਤੇ ਸਪੀਕਰ ਦੀ ਡਿਊਟੀ ਇਸ ਪੂਰੇ ਸੈਸ਼ਨ ਦੇ ਦੌਰਾਨ ਇਹ ਰਹਿ ਗਈ, ਆਓ ਸੀਟ ਤੇ ਬੈਠੋ, ਦੁਪਹਿਰ ਤੱਕ ਸਭਾ ਉਠਾ ਦਿਓ, ਦੁਪਹਿਰੇ ਆਓ ਬੈਠੋ ਤੇ ਸ਼ਾਮ ਤੱਕ ਸਭਾ ਜਿਹੜੀ ਦੀ ਉਹ ਉਠਾ ਦਿਓ। ਰਿਕਾਰਡ ਹੋ ਗਿਆ ਕਿ ਰਾਜ ਸਭਾ ਜਿਹੜੀ ਆ 11 ਵਾਰੀ ਉਠਾਉਣੀ ਪੈ ਗਈ। ਰਾਜ ਸਭਾ ਦੇ ਵਿੱਚ ਰਿਸ਼ਵਤ ਵਿਰੋਧੀ ਬਿੱਲ ਜਿਹੜਾ 2013 ਇਹਨੂੰ ਪਾਸ ਕਰਨ ਦੇ ਵਾਸਤੇ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿੱਚ ਬਖੇੜਾ ਜਿਹੜਾ ਵੀ ਉਹ ਪਿਆ ਰਿਹਾ। ਸੱਤਾਧਾਰੀ ਧਿਰ ਕਹਿੰਦੀ ਕਿ ਇਹਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿਓ, ਪਰ ਵਿਰੋਧੀ ਧਿਰ ਜਿਹੜੀ ਸੀ ਉਹ ਵੋਟਾਂ ਪਾਉਣ ਦੇ ਉੱਤੇ ਅੜੀ ਰਹੀ। ਸਰਕਾਰ ਨਹੀਂ ਚਾਹੁੰਦੀ ਸੀ ਇਹਦੇ ਉੱਤੇ ਵੋਟਾਂ ਪੈਣ, ਜਿਹਦੇ ਕਰਕੇ ਵੋਟਾਂ ਜਿਹੜੀਆਂ ਦੀ ਉਹ ਪੈ ਨਹੀਂ ਸਕੀਆਂ। ਲਗਾਤਾਰ ਜਿਹੜੀ ਸੀ ਉਹ ਰਾਜ ਸਭਾ ਜਿਹੜੀ ਉਹ ਉੱਠਦੀ ਰਹੀ। ਸਭਾਪਤੀ ਦੇ ਵਤੀਰੇ ਦੇ ਉੱਤੇ ਵੀ ਤਿੱਖੀਆਂ ਟਿੱਪਣੀਆਂ ਜਿਹੜੀਆਂ ਸੀਗੀਆਂ ਦੀ ਉਹ ਹੁੰਦੀਆਂ ਰਹੀਆਂ। ਇਹ ਰੌਲਾ ਰੱਪਾ ਜਿਸ ਹਿਸਾਬ ਦੇ ਨਾਲ ਪੈ ਰਿਹਾ, ਇਹਦੇ ਕੋਈ ਚਾਂਸਿਸ ਜਿਹੜੇ ਜੀ ਉਹ ਨਹੀਂ ਹੈਗੇ ਕਿ ਇਸ ਵਾਰੀ ਜਿਹੜੀ ਹੈ ਜੀ ਇਹ ਜਿਹੜੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਜਿਹੜੀ ਆ ਉਹ ਚੱਲ ਸਕੂਗੀ। ਲੱਖਾਂ ਰੁਪਈਆ ਜਿਹੜਾ ਕਿ ਰੋਜ਼ ਦਾ ਇਹਦੇ ਉੱਤੇ ਜਿਹੜਾ ਉਹ ਖਰਚ ਹੁੰਦਾ, ਉਹਦਾ ਕਿਸੇ ਨੂੰ ਕੋਈ ਲੈਣਾ ਦੇਣਾ ਜਿਹੜਾ ਵੀ ਉਹ ਨਹੀਂ ਹੈਗਾ। ਸਰਕਾਰ ਹੀ ਜਦੋਂ ਨਹੀਂ ਚਾਹੁੰਦੀ, ਇਸ ਕਰਕੇ ਬਹੁਤ ਜਿਹੜੇ ਵੀ ਘੱਟ ਚਾਂਸਿਸ ਨੇ ਕਿ ਇਹ ਚੱਲੇ। ਖੈਰ ਜਿਹੜੀ ਇਹ ਤਾਂ ਨਹੀਂ ਚੱਲ ਰਹੀ, ਪਰ ਜਿਹੜੇ ਲੋਕ ਸਭਾ ਤੇ ਪੰਜਾਬ ਦੇ ਮੈਂਬਰ ਨੇ ਉਹਨਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਬਿਜ਼ੀ ਰੱਖਿਆ ਔਰ ਅਕਾਲੀ ਤੇ ਕਾਂਗਰਸੀ ਰਲ ਕੇ ਜਿਹੜਾ ਜੀ ਇੱਕ ਵਿਰੋਧ ਕਰਦੇ ਰਹੇ ਕਿ GST ਜਿਹੜੀ ਲੰਗਰ ਦੇ ਉੱਤੇ ਲਾਈ ਆ, ਕੇਂਦਰ ਦੀ ਸਰਕਾਰ ਇਹਨੂੰ ਵਾਪਸ ਲਵੇ। ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜਿਹੜੇ ਸੁਨੀਲ ਜਾਖੜ, ਉਹਨਾਂ ਦੀ ਪਹਿਲ ਦੇ ਉੱਤੇ ਜਿਹੜਾ ਸੀਗਾ ਜੀ ਇਹ ਇਹਨਾਂ ਨੇ ਜਿਹੜੀ ਇਹ ਵਿਰੋਧ ਕਰਨਾ ਸ਼ੁਰੂ ਕੀਤਾ ਪਾਰਲੀਮੈਂਟ ਦੇ ਬਾਹਰ। ਔਰ ਕਾਂਗਰਸੀ ਤੇ ਅਕਾਲੀਆਂ ਨੇ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਕਿ ਸੰਸਦ ਨੂੰ ਇਹ ਕਿਹਾ ਕਿ ਉਹ GST ਦੇ ਮੁੱਦੇ ਦੇ ਉੱਤੇ ਛੋਟ ਦੇਵੇ ਲੰਗਰ ਦੇ ਉੱਤੇ ਦਰਬਾਰ ਸਾਹਿਬ ਦੇ। ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ ਜਿਹੜੀ ਛੋਟ ਆ ਉਹ ਦੇ ਦਿੱਤੀ ਹੋਈ ਆ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਦਾ ਵੀ ਜਿਹੜਾ ਜੀ ਇਹ ਫਰਜ਼ ਬਣਦਾ ਇਹਦੇ ਵਿੱਚ ਜਿਹੜੀ ਜੀ ਉਹ ਛੋਟ ਦੇਵੇ। ਸੁਨੀਲ ਜਾਖੜ ਹੋਰਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਜਿਹੜੀ ਹੈਰਾਨੀ ਪ੍ਰਗਟ ਕੀਤੀ ਕਿ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਦੇ ਵਿੱਚ ਰਹਿੰਦੇ ਲੋਕ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਜੀ ਜਜ਼ਬਾਤੀ ਤੌਰ ਦੇ ਉੱਤੇ ਦਰਬਾਰ ਸਾਹਿਬ ਦੇ ਨਾਲ ਜੁੜੇ ਹੋਏ ਆ। ਉਹਨਾਂ ਨੇ ਕਿਹਾ ਕਿ ਜੇ ਲੰਗਰ ਤੋਂ GST ਹਟਾ ਦਿੱਤੀ ਜਾਂਦੀ ਹੈ ਤਾਂ ਸਰਕਾਰੀ ਖਜ਼ਾਨੇ ਨੂੰ ਮਾਮੂਲੀ ਰਕਮ ਦਾ ਫਰਕ ਪੈਣਾ ਤੇ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਜਿਹੜੀ ਜੀ ਉਹ ਕਦਰ ਹੋਊਗੀ। ਇਹਦੇ ਵਿੱਚੋਂ ਕੀ ਨਿਕਲਦਾ, ਸਰਕਾਰ ਕੀ ਜਵਾਬ ਦਿੰਦੀ ਹੈ ਤਾਂ ਪਤਾ ਨਹੀਂ। ਵੈਸੇ ਕੁਝ ਚੀਜ਼ਾਂ ਜਿਹੜੀਆਂ ਜ਼ਰੂਰ ਹੈ ਕਿ ਇੱਕ ਤਾਂ ਅਕਾਲੀ ਦਲ ਭਾਈਵਾਲ ਹੈ BJP ਦਾ, ਉਹਨਾਂ ਦੇ ਮਿਨਿਸਟਰ ਵੀ ਨੇ, ਉਹ ਮਿਨਿਸਟਰ ਤਾਂ ਨਹੀਂ ਆਏ ਇਸ ਰੋਸ ਮੁਜ਼ਾਹਰੇ ਦੇ ਵਿੱਚ। ਹਰਸਿਮਰਤ ਕੌਰ ਬਾਦਲ ਹੋਰੀ ਉਹਨਾਂ ਨੇ ਮੁਜ਼ਾਹਰਾ ਜਿਹੜਾ ਜੀ ਉਹ ਨਹੀਂ ਕੀਤਾ, ਨਾ ਉਹਨਾਂ ਨੇ ਕਦੀ ਜਿਹੜਾ ਜੀ GST ਵਾਲਾ ਮੁੱਦਾ ਜਿਹੜਾ ਸਰਕਾਰ ਤੇ ਕੋਲੇ ਉਠਾਇਆ। ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਆ ਜੀ ਉਹ ਜ਼ਰੂਰ ਉਠਾਉਂਦੇ ਰਹੇ ਆ। ਇਸ ਮੁਜ਼ਾਹਰੇ ਦਾ ਇੱਕ ਫਾਇਦਾ ਜਿਹੜਾ ਜੀ ਹੋ ਗਿਆ, ਇਹ ਕੁਛ ਉਹ ਚਿਹਰੇ ਵੀ ਦੇਖਣ ਨੂੰ ਮਿਲ ਗਏ ਜਿਹੜੇ ਰਾਜ ਸਭਾ ਦੇ ਮੈਂਬਰ ਨੇ, ਕਿਉਂਕਿ ਭੁੱਲ ਭੁਲਾਈ ਗਏ ਸੀ ਵੀ ਇਹ ਵੀ ਰਾਜ ਸਭਾ ਦੇ ਮੈਂਬਰ ਜਿਹੜੇ ਆ ਜੀ ਉਹ ਹੈਗੇ ਆ। ਇਹਦੇ ਚ ਖਾਸ ਤੌਰ ਦੇ ਉੱਤੇ ਬਲਵਿੰਦਰ ਸਿੰਘ ਭੂੰਦੜ ਤੇ ਇੱਕ ਦੋ ਹੋਰ ਨੇ ਜੀ ਜਿਹੜੇ ਸੁੱਚੇ ਮੂੰਹ ਹੀ ਰਹਿੰਦੇ ਨੇ, ਕਦੀ ਬੋਲਦੇ ਚਾਲਦੇ ਨਹੀਂ,
ਚੁੱਪ ਕਰਕੇ ਜਾ ਕੇ ਜਿਹੜਾ ਜੀ ਉਹ ਬੀਬੇ ਬੱਚਿਆਂ ਵਾਂਗੂ ਵਾਪਸ ਆ ਜਾਂਦੇ ਆ। ਉਹਨਾਂ ਦਾ ਵੀ ਚੇਤਾ ਆ ਗਿਆ ਵੀ ਉਹ ਵੀ ਹੈਗੇ ਆ ਜੀ ਇੱਥੇ ਰਾਜ ਸਭਾ ਦੇ ਵਿੱਚ। ਰੇਤ ਮਾਮਲਾ ਜਿਹੜਾ ਦਿਨ ਬ ਦਿਨ ਕੋਈ ਨਾ ਕੋਈ ਨਵੀਂ ਰੰਗਤ ਹੀ ਜਿਹੜੀ ਜੀ ਉਹ ਲੈ ਲੈਂਦਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਹੈਲੀਕਾਪਟਰ ਦੇ ਰਾਹੀਂ ਲੰਘੇ ਸੀਗੇ ਤਾਂ ਉਹਨਾਂ ਨੇ ਹੇਠਾਂ ਹੁੰਦੀ ਨਜਾਇਜ਼ ਮਾਈਨਿੰਗ ਦਾ ਫੋਟੋਆਂ ਵਗੈਰਾ ਜਿਵੇਂ ਜੀ ਉਹ ਖਿੱਚ ਕੇ ਬੜੀਆਂ ਉਹਨਾਂ ਨੇ ਟਵੀਟ ਕੀਤੀਆਂ। ਬੜਾ ਕੁਛ ਰੌਲਾ ਰੱਪਾ ਪਿਆ ਕਿ ਜੀ ਇਹਨੂੰ ਤੁਰੰਤ ਜਿਹੜਾ ਉਹ ਰੋਕਿਆ ਜਾਵੇ। ਇੱਕ ਕਮੇਟੀ ਬਣਾਤੀ, ਕਿਸੇ ਵੱਡੇ ਬੰਦੇ ਨੂੰ ਹੱਥ ਨਾ ਪਿਆ, ਕੋਈ ਵੱਡੇ ਬੰਦੇ ਦੇ ਉੱਤੇ ਮਾਮਲਾ ਦਰਜ ਨਹੀਂ ਹੋਇਆ। ਮਾਮਲੇ ਦਰਜ ਕਿਹਦੇ ਉੱਤੇ ਹੋਏ? ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਦੇ ਉੱਤੇ, ਟਿੱਪਰਾਂ ਦੇ ਡਰਾਈਵਰਾਂ ਦੇ ਉੱਤੇ। ਉਹਦੇ ਨਾਲ ਹੋ ਕੀ ਗਿਆ ਜੀ ਕਿ ਜਿਹੜੇ ਰੇਤਾ ਮਾਫੀਏ ਵਾਲੇ ਆ ਉਹ ਕਹਿੰਦੇ ਜੀ ਰਿਸਕ ਵੱਧ ਗਿਆ, ਇਸ ਕਰਕੇ ਉਹਨਾਂ ਨੇ ਰੇਤਾ ਦੇ ਭਾਅ ਵੀ ਜਿਹੜੇ ਸੀਗੇ ਜੀ ਉਹ ਚੱਕ ਦਿੱਤੇ। ਕਿੰਨੇ ਕਿ 4,4200 ਰੁਪਈਏ ਦਾ ਜਿਹੜਾ ਟਰੱਕ ਸੀਗਾ ਉਹ 30,000 ਰੁਪਈਏ ਤੋਂ ਵੀ ਟੱਪ ਗਿਆ। 32,000 34,000 ਰੁਪਈਏ ਦਾ ਟਰੱਕ ਦਾ ਜਿਹੜਾ ਜੀ ਉਹ ਭਾਅ ਹੋ ਗਿਆ। ਇਹਦੇ ਨਾਲ ਇਹ ਰੇਤਾ ਦੀਆਂ ਜਿਹੜੀਆਂ ਅਸਮਾਨੀ ਜਿਹੜੀਆਂ ਕੀਮਤਾਂ ਨੇ ਉਹ ਇਸ ਵੇਲੇ ਸਰਕਾਰ ਫਿਰ ਕਸੂਤੀ ਜਿਹੜੀ ਹੈ ਜੀ ਉਹ ਫਸ ਗਈ ਇਸ ਮੁੱਦੇ ਦੇ ਉੱਤੇ ਕਿ ਕੀਤਾ ਜਾਵੇ ਤੇ ਕੀ ਕੀਤਾ ਜਾਵੇ। ਮੁੱਖ ਮੰਤਰੀ ਹੋਰਾਂ ਨੇ ਇੱਕ ਮੀਟਿੰਗ ਜਿਹੜੀ ਸੱਦੀ, ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਅਗਵਾਈ ਹੇਠਲੀ ਜਿਹੜੀ ਸਬ ਕਮੇਟੀ ਮੈਂਬਰ ਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਜਿਹੜੀ ਜੀ ਉਹ ਕੀਤੀ। ਇਹ ਕਿਹਾ ਗਿਆ ਜੀ ਕਿ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਖਨਨ ਮਾਫੀਆ ਹੈ, ਰੇਤ ਮਾਫੀਆ ਹੈ, ਇਹਨੂੰ ਇੱਕ ਤਾਂ ਜਿਹੜਾ ਦੀ ਮਾਫੀਏ ਤੋਂ ਕੰਟਰੋਲ ਤੋਂ ਮੁਕਤ ਕੀਤਾ ਜਾਵੇ, ਸਰਕਾਰੀ ਕੰਟਰੋਲ ਦੇ ਹੇਠ ਲਿਆਉਣ ਸੰਬੰਧੀ ਜਿਹੜੀ ਜੀ ਉਹ ਚਰਚਾ ਕੀਤੀ ਗਈ। ਔਰ ਕਮੇਟੀ ਨੂੰ ਇਹ ਕਿਹਾ ਗਿਆ ਕਿ ਛੇਤੀ ਤੋਂ ਛੇਤੀ ਉਹ ਆਪਣੇ ਸੁਝਾਅ ਦੇਵੇ। ਭਲਕੇ ਸ਼ੁੱਕਰਵਾਰ ਨੂੰ ਫਿਰ ਇਸ ਮੁੱਦੇ ਦੇ ਉੱਤੇ ਮੀਟਿੰਗ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਹੁਣ ਸਵਾਲ ਇਹ ਆ ਕਿ ਮੀਟਿੰਗਾਂ ਜਿਹੜੀਆਂ ਜੀ ਉਹ ਇਸ ਮਸਲੇ ਦਾ ਹੱਲ ਹੈ ਨਹੀਂ। ਉਹਦਾ ਰੀਜ਼ਨ ਇਹ ਆ ਕਿ 10 ਸਾਲ ਪਹਿਲਾਂ ਜਿਹੜੇ ਲੋਕ ਲੁੱਟਦੇ ਰਹੇ, ਜਿਹੜੇ ਮਿੱਟੀ ਖਾਣੇ ਲੋਕ ਸੀ, ਉਹ ਸਾਈਡ ਤੇ ਹੋ ਗਏ। ਨਵੇਂ ਜਿਹੜੇ ਸੀਗੇ ਜੀ ਉਹ ਆ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਬਹਿ ਗਏ। ਔਰ ਇਹ ਜਿਹੜੀਆਂ ਮੱਖੀਆਂ ਨਵੀਆਂ ਆਈਆਂ ਜੀ ਉਹਨਾਂ ਨੇ ਫਿਰ ਮੂੰਹ ਇੰਨੇ ਜ਼ਿਆਦਾ ਖੋਲ ਲਏ ਕਿ ਇਸ ਵੇਲੇ ਇਹ ਲੋਕ ਪੰਜਾਬ ਦੀ ਮਿੱਟੀ ਦੇ ਦੁਸ਼ਮਣ ਜਿਹੜੇ ਜੀ ਉਹ ਬਣੇ। ਮਿੱਟੀ ਖਾਣੇ ਲੋਕ ਜਿਹੜੇ ਜੀ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਭਾਅ ਨੀਗਾ ਕਿ ਇਹ ਮਾਈਨਿੰਗ ਜਿਹੜੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਤਬਾਹੀ ਮਚਾ ਸਕਦੀ ਹੈ ਜੇ ਕਿਤੇ ਮੌਸਮ ਜਿਹੜਾ ਜੀ ਉਹ ਖਫਾ ਹੋ ਗਿਆ। 20-20 ਫੁੱਟ 25-25 ਫੁੱਟ ਡੂੰਘੀਆਂ ਖੱਡਾਂ ਜਿਹੜੀਆਂ ਜੀ ਵੱਡੀਆਂ ਮਸ਼ੀਨਾਂ ਲਿਆ ਕੇ ਰਾਤੋਂ ਜਿਹੜੀ ਜੀ ਉਹ ਪੁੱਟਿਆ ਜਾ ਰਿਹਾ ਪੰਜਾਬ ਨੂੰ, ਦੋਨਾਂ ਹੱਥਾਂ ਦੇ ਨਾਲ ਜਿਹੜਾ ਉਹ ਲੁੱਟਿਆ ਜਾ ਰਿਹਾ। ਹੁਣ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਆ ਇਹ ਆਉਣ ਵਾਲੇ ਜਿਹੜੇ ਜੀ ਉਹ ਦਿਨ ਦੱਸਣਗੇ। ਲੱਗਦਾ ਕਿ ਸਰਕਾਰ ਮੀਟਿੰਗਾਂ ਕਰਨ ਤੱਕ ਸੀਮਤ ਹੈ। ਕਿਉਂ? ਕਿਉਂਕਿ ਉਹਨੂੰ ਪਤਾ ਕਿ ਜੇ ਹੱਥ ਪਾਇਆ ਤਾਂ ਪੈਣਾ ਜਾ ਕੇ ਫਿਰ ਉਹਨਾਂ ਦੇ ਜਿਹੜਾ ਜੀ ਉਹ ਬੰਦਿਆਂ ਨੂੰ ਹੀ ਹੈ। ਖੈਰ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਸੀਗਾ 2 ਦਿਨ ਪਹਿਲਾਂ ਕਿ ਜਿਹੜੇ ਛੋਟੇ ਕਿਸਾਨ ਨੇ ਤੇ ਦਰਮਿਆਨੇ ਕਿਸਾਨ ਨੇ ਜਿਹੜੇ ਕਰਜ਼ੇ 'ਚ ਡੁੱਬੇ ਹੋਏ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਜੀ ਉਹ ਬੈਂਕਾਂ ਨਾ ਕਰਨ। ਇਹਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਵੀ ਕਿਹਾ ਸੀਗਾ ਵੀ ਜੇ ਕਿਸੇ ਨੇ ਕਰਜ਼ਾ, ਚਾਹੇ ਉਹ ਛੋਟਾ ਕਿਸਾਨ ਹੈ, ਦਰਮਿਆਨਾ ਕਿਸਾਨ ਹੈ, ਉਹਨੇ ਵਿਆਹ ਕਰਨ ਦੇ ਵਾਸਤੇ ਲੈ ਲਿਆ ਜਾਂ ਕਾਰ ਲੈਣ ਦੇ ਵਾਸਤੇ ਲੈ ਲਿਆ ਜਾਂ ਮੋਟਰਸਾਈਕਲ ਲੈਣ ਦੇ ਵਾਸਤੇ ਲੈ ਲਿਆ, ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ, ਵੀ ਉਹਨਾਂ ਨੂੰ ਵੀ ਪਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਤੋਂ ਤਾਂ ਪੈਸੇ ਲਓ, ਕਿਸ਼ਤਾਂ ਲਓ ਜਿਨ੍ਹਾਂ ਨੇ ਰੋਕੀਆਂ ਹੋਈਆਂ ਨੇ। ਦੂਜੇ ਜਿਹੜੇ ਕਰਜ਼ੇ ਜਿਨ੍ਹਾਂ ਨੇ ਖੇਤੀ ਵਾਸਤੇ ਲਏ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਹੁਣ ਕਿਤੋਂ ਨਾ ਕਿਤੋਂ ਤਾਂ ਜਿਹੜੀ ਹੈ ਜੀ ਉਹ ਰਿਕਵਰੀ ਹੋਣੀ ਹੈ। ਤੇ ਜਿਹੜੀਆਂ ਖੇਤੀਬਾੜੀ ਵਿਕਾਸ ਬੈਂਕਾਂ ਨੇ ਉਹਨਾਂ ਨੇ ਵਿਸਾਖੀ ਤੋਂ ਇਸ ਵਾਰੀ ਜਿਹੜੇ ਧਨਾੜ ਡਿਫਾਲਟਰ ਨੇ, ਅਮੀਰ ਡਿਫਾਲਟਰ, ਉਹਨਾਂ ਦੀ ਗ੍ਰਿਫਤਾਰੀ ਵਾਰੰਟ ਲੈਣ ਦੇ ਜਿਹੜੇ ਯਤਨ ਆ ਉਹ ਸ਼ੁਰੂ ਕੀਤੇ ਆ। ਗੈਰ ਖੇਤੀ ਕਰਜ਼ਦਾਰਾਂ ਨੂੰ ਹੱਥ ਜਿਹੜਾ ਜੀ ਉਹ ਪਾਇਆ ਜਾਊਗਾ। ਔਰ ਇਹਨਾਂ ਬੈਂਕਾਂ ਨੇ ਵਸੂਲੀ ਦੀ ਮੁਹਿੰਮ ਜਿਹੜੀ ਵਿੱਢੀ ਹੈ 30 ਤੱਕ ਜਿਹੜੀ ਹੈ ਜੀ ਇਹ ਚੱਲੂਗੀ। ਖੇਤੀ ਵਿਕਾਸ ਬੈਂਕਾਂ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਇਹਦੇ ਸੰਬੰਧੀ ਫੈਸਲਾ ਲਿਆ ਜਾਊਗਾ ਜਿਹੜੀ ਭਲਕੇ ਹੋਣੀ ਹੈ। ਖੇਤੀਬਾੜੀ ਵਿਕਾਸ ਬੈਂਕ ਨੇ ਪੰਜਾਬ ਭਰ ਦੇ ਬੈਂਕਾਂ ਤੋਂ ਸਿਖਰਲੇ 50 ਡਿਫਾਲਟਰਾਂ ਦੀ ਸ਼ਨਾਖਤ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਆ। ਹਾੜੀ ਦੇ ਕਰੀਬ 1800 ਕਰੋੜ ਦੀ ਵਸੂਲੀ ਜਿਹੜੀ ਉਹ ਬਣਦੀ ਆ। ਔਰ ਪਿਛਲੇ ਸਾਲ ਇਹਨਾਂ ਅਮੀਰ ਡਿਫਾਲਟਰਾਂ ਨੇ ਬੈਂਕਾਂ ਦੇ ਨਾਲ ਛੇਤੀ ਕਿਸ਼ਤਾਂ ਤਾਰਨ ਦੇ ਵਾਅਦੇ ਕੀਤੇ ਸੀਗੇ, ਉਹਨਾਂ ਨੂੰ ਨੋਟਿਸ ਭੇਜਣੇ ਸ਼ੁਰੂ ਜਿਹੜੇ ਜੀ ਉਹ ਕੀਤੇ ਗਏ ਆ। ਖੇਤੀ ਵਿਕਾਸ ਬੈਂਕਾਂ ਜਿਹੜੀਆਂ ਨੇ ਜੀ ਉਹ ਵੱਡਿਆਂ ਘਰਾਂ ਦੇ ਅੱਗੇ ਮੁੜ ਕੇ ਧਰਨੇ ਦੇਣ ਦੀ ਮੁਹਿੰਮ ਜਿਹੜੀ ਹੈ ਜੀ ਫੇਰ ਸ਼ੁਰੂ ਕਰਨਗੇ। ਇੱਥੇ ਖੇਤੀਬਾੜੀ ਵਿਕਾਸ ਬੈਂਕਾਂ ਦਾ ਕੋਈ 1364 ਕਰੋੜ ਰੁਪਈਆ ਡਿਫਾਲਟਰਾਂ ਦੇ ਵੱਲ ਜਿਹੜਾ ਜੀ ਉਹ ਫਸਿਆ ਹੋਇਆ। ਔਰ ਇਹ ਮੈਕਸੀਮਮ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਬਹੁਤ ਅਮੀਰ ਨੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਟਾਲਦੇ ਰਹੇ ਨੇ ਇਹ ਜਿਹੜੀਆਂ ਜੀ ਕਰਜ਼ੇ ਦੀਆਂ ਕਿਸ਼ਤਾਂ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੋਚਾ ਫੇਰ ਮੁਹਿੰਮ ਹੈ ਉਹ ਵਾਹਵਾ ਚਰਚਾ ਦੇ ਵਿੱਚ ਜਿਹੜੀ ਹੈ ਜੀ ਉਹ ਰਹੀ ਹੈ। ਇਸ ਵਾਰੀ ਤਾਂ ਜਿਹੜਾ ਬਠਿੰਡਾ ਅੰਮ੍ਰਿਤਸਰ ਹਾਈਵੇ ਸੀਗਾ
ਉਹਦੇ ਉੱਤੇ ਜਿਹੜੇ ਸਾਈਨ ਬੋਰਡ ਲੱਗੇ ਉਹਦੇ ਉੱਤੇ ਕਾਲਖ ਪੋਤੀ ਗਈ ਸੀਗੀ। ਇਹ ਜਿਹੜੀ ਮਾਂ ਬੋਲੀ ਸਤਿਕਾਰ ਕਮੇਟੀ ਆ ਉਹਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਇਤਰਾਜ਼ ਨਹੀਂ ਗਾ ਕਿ ਕਿੰਨੀਆਂ ਭਾਸ਼ਾਵਾਂ ਇਹਨਾਂ ਸਾਈਨ ਬੋਰਡਾਂ ਦੇ ਉੱਤੇ ਲਿਖੀਆਂ ਜਾਂਦੀਆਂ ਨੇ। ਉਹ ਕਹਿੰਦੇ ਕਿ ਉਹਨਾਂ ਦਾ ਜਿਹੜਾ ਜੀ ਇੱਕੋ ਹੀ ਮੰਗ ਹੈ ਕਿ ਪੰਜਾਬੀ ਜਿਹੜੀ ਹੈ ਜੀ ਉਹ ਸਭ ਤੋਂ ਉੱਪਰ ਹੋਵੇ, ਉਹਦੇ ਥੱਲੇ ਤੁਸੀਂ ਬਾਕੀ ਲੈਂਗੁਏਜ ਜਿੰਨੀਆਂ ਮਰਜ਼ੀ ਲਿਖ ਲਓ। ਹਾਲਾਂਕਿ ਕੁਛ ਲੋਕ ਇਹਦਾ ਵਿਰੋਧ ਵੀ ਕਰਦੇ ਆ। ਉਹ ਇਹ ਕਹਿੰਦੇ ਆ ਕਿ ਕਿਉਂਕਿ ਪ੍ਰਚਾਰਿਆ ਏਦਾਂ ਜਾਂਦਾ ਕਿ ਇਹ ਕਹਿੰਦੇ ਆ ਸਿਰਫ ਪੰਜਾਬੀ ਲਿਖੋ। ਪੰਜਾਬੀ ਨਹੀਂ ਕਹਿੰਦੇ ਉਹ ਇਹ ਕਹਿੰਦੇ ਆ ਕਿ ਬਾਕੀ ਭਾਸ਼ਾਵਾਂ ਵੀ ਲਿਖੋ, ਪਰ ਉਹ ਲਿਖੋ ਥੱਲੇ, ਉੱਪਰ ਪੰਜਾਬੀ ਜਿਹੜੀ ਉਹ ਚਾਹੀਦੀ ਆ। ਪਿਛਲੇ ਦਿਨੀ ਇਹਦੇ ਮੈਂਬਰ ਜਿਹੜੇ ਨੇ ਸਤਿਕਾਰ ਕਮੇਟੀ ਦੇ, ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਬਠਿੰਡਾ ਚੰਡੀਗੜ੍ਹ ਹਾਈਵੇ ਦੇ ਉੱਤੇ ਲੱਗੇ ਜਿਹੜੇ ਸਾਈਨ ਸੀ ਉਹਨਾਂ ਤੇ ਕਾਲਖ ਪੋਤੀ। ਕਿਉਂਕਿ ਜਦੋਂ ਬਠਿੰਡਾ ਅੰਮ੍ਰਿਤਸਰ ਹਾਈਵੇ ਦੀ ਗੱਲ ਸਾਈਨਾਂ ਦੀ ਚੱਲੀ ਸੀ ਤਾਂ ਉਦੋਂ ਜਿਹੜਾ ਸੀਗਾ ਕੰਪਨੀ ਨੇ ਗਲਤੀ ਮੰਨੀ ਸੀ ਔਰ ਕਿਹਾ ਸੀ ਕਿ ਕੁਝ ਦਿਨਾਂ ਦੇ ਵਿੱਚ ਉਹ ਸਾਈਨ ਚੇਂਜ ਕਰ ਦੇਣਗੇ। ਉਹ ਸਾਈਨ ਚੇਂਜ ਕਰਤੇ, ਬਠਿੰਡਾ ਚੰਡੀਗੜ੍ਹ ਵਾਲੇ ਨਹੀਂ ਚੇਂਜ ਕੀਤੇ, ਨਵੇਂ ਵੀ ਲੱਗੇ ਉਸੇ ਤਰ੍ਹਾਂ ਦੇ ਲੱਗੇ ਜਿਹਦੇ ਉੱਤੇ ਇੰਗਲਿਸ਼ ਉੱਪਰ ਹੈ ਤੇ ਪੰਜਾਬੀ ਜਿਹੜੀ ਆ ਉਹ ਥੱਲੇ ਆ। ਹੁਣ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਾਲਖ ਪੋਤੀ ਸੀ, ਇਹਨਾਂ ਨੇ ਹੁਣ ਰਾਤ ਦਾ ਆਪਰੇਸ਼ਨ ਜਿਹੜਾ ਉਹ ਸ਼ੁਰੂ ਕੀਤਾ। ਰਾਤ ਨੂੰ ਕਮੇਟੀਆਂ ਜਿਹੜੀਆਂ ਬਣਾਈਆਂ ਨੇ ਜਿਹੜੇ ਰਾਤ ਆਪਰੇਸ਼ਨ ਕਰਦੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਚਾਹੇ ਤਲਵੰਡੀ ਸਾਬੋ ਤੋਂ ਸਰਦੂਲਗੜ੍ਹ ਰੋਡ ਦੇ ਉੱਤੇ 2 ਯੂਨੀਵਰਸਿਟੀਆਂ ਨੇ, ਉਹਨਾਂ ਦੇ ਸਾਈਨ ਬੋਰਡ ਦੇ ਉੱਤੇ ਕਾਲਾ ਪੋਚਾ ਜਿਹੜਾ ਜੀ ਉਹ ਫੇਰ ਦਿੱਤਾ। ਉਧਰ ਪੁਲਿਸ ਵੀ ਜਿਹੜੀ ਹੈ ਜੀ ਉਹਨੇ ਕੁਝ ਮਾਮਲੇ ਜਿਹੜੇ ਜੀ ਉਹ ਦਰਜ ਕੀਤੇ ਆ। 3 ਮਾਮਲੇ ਜਿਹੜੇ ਸਿਵਲ ਲਾਈਨ ਥਾਣੇ ਬਠਿੰਡੇ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਆ। ਜਿਹੜੇ ਇਹ ਵੀ ਕਿਹਾ ਗਿਆ ਜੀ ਕਿ ਛਾਪੇਮਾਰੀ ਵੀ ਜਿਹੜੀ ਉਹ ਹੋਈ ਆ, ਖਾਸ ਤੌਰ ਦੇ ਉੱਤੇ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਮਹਾਰਾਜ ਦੇ ਘਰਾਂ ਦੇ ਉੱਤੇ ਛਾਪੇ ਜਿਹੜੇ ਆ ਜੀ ਉਹ ਮਾਰੇ ਆ। ਇਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਜਿਹੜੀ ਆ ਉਹਨਾਂ ਨੂੰ ਡਰਾਉਣ ਦੇ ਵਾਸਤੇ ਤੇ ਉਹਨਾਂ ਦੇ ਸਾਥੀਆਂ ਨੂੰ ਡਰਾਉਣ ਦੇ ਵਾਸਤੇ ਇਹ ਛਾਪੇ ਜਿਹੜੇ ਆ ਜੀ ਉਹ ਮਾਰ ਰਹੀ ਹੈ। ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਨੇ, ਕਮੇਟੀਆਂ ਬਣਾਈਆਂ ਗਈਆਂ ਨੇ, ਉਹ ਰਾਤ ਨੂੰ ਆਪਣਾ ਐਕਸ਼ਨ ਜਾਰੀ ਰੱਖਣਗੀਆਂ ਤੇ ਇਸ ਐਕਸ਼ਨ ਦੇ ਤਹਿਤ ਕਾਲਖ ਜਿਹੜੀ ਹੈ ਜੀ ਉਹ ਪੋਤੀ ਜਾਊਗੀ। ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਜਿਹੜੇ ਨੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਅੱਜ ਰਿਟਾਇਰਡ ਜੱਜ ਅਜੀਤ ਸਿੰਘ ਬੈਂਸ ਹੋਰਾਂ ਦੇ ਨਾਲ ਰਲ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰਕੇ ਜੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਾਨੂੰਨੀ ਜਲ ਯੁੱਧ ਜਿਹੜਾ ਜੀ ਉਹ ਸ਼ੁਰੂ ਕੀਤਾ। ਡਾਕਟਰ ਗਾਂਧੀ ਹੋਰਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਦੇ ਤੇ ਮੁੱਢ ਤੋਂ ਪੰਜਾਬੀਆਂ ਦੇ ਨਾਲ ਧੋਖਾ ਹੋ ਰਿਹਾ, ਜਿਹਨੂੰ ਹੁਣ ਕਾਨੂੰਨ ਰਾਹੀਂ ਲੜਿਆ ਜਿਹੜਾ ਜੀ ਉਹ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਪੰਜਾਬ ਮੰਚ ਜਿਹੜਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੇ ਮੁੱਦੇ ਦੇ ਉੱਤੇ ਵੀ ਮੁਹਿੰਮ ਜਿਹੜੀ ਆ ਉਹ ਛੇੜੂਗਾ। ਇਹ ਦੱਸਿਆ ਗਿਆ ਜਿਹੜੇ ਰਾਜਵਿੰਦਰ ਸਿੰਘ ਬੈਂਸ ਜਿਹੜੇ ਅਜੀਤ ਸਿੰਘ ਬੈਂਸ ਹੋਰਾਂ ਦੇ ਬੇਟੇ ਨੇ, ਉਹ ਨੋਨ ਵਕੀਲ ਨੇ, ਉਹਨਾਂ ਨੇ ਇਹ ਕਿਹਾ ਜੀ ਕਿ ਰਿਟ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਤੇ 80, ਸੰਵਿਧਾਨ ਦੀਆਂ ਧਾਰਾਵਾਂ 162 ਤੇ 246 3 ਦੀ ਉਲੰਘਣਾ ਜਿਹੜੀ ਜੀ ਉਹ ਕਰਦੀਆਂ ਨੇ, ਕਿਉਂਕਿ ਸਿੰਚਾਈ ਤੇ ਜਿਹੜਾ ਬਿਜਲੀ ਰਾਜ ਸੂਰੀ 17ਵੀਂ ਮੱਦ ਦੇ ਤਹਿਤ ਇਹ ਰਾਜਾਂ ਦਾ ਵਿਸ਼ਾ ਹੈ। ਦੇਖੋ, ਪਟੀਸ਼ਨ ਦੇ ਰਾਹੀਂ ਪੰਜਾਬ ਦਾ ਪਾਣੀ ਵਰਤਣ ਵਾਲੇ ਰਾਜਾਂ ਰਾਜਸਥਾਨ, ਹਰਿਆਣਾ, ਦਿੱਲੀ ਤੇ ਚੰਡੀਗੜ੍ਹ ਦੇ ਕੋਲੋਂ 32 ਲੱਖ ਕਰੋੜ ਰੁਪਏ ਦੀ ਵਸੂਲੀ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਆ। ਔਰ ਇਹ ਕਿਹਾ ਗਿਆ ਜੀ ਕਿ ਇਕੱਲੇ ਰਾਜਸਥਾਨ ਕੋਲੋਂ ਪਾਣੀ ਦੀ 11 ਲੱਖ ਕਰੋੜ ਦੀ ਵਸੂਲੀ ਜਿਹੜੀ ਆ ਉਹ ਬਣਦੀ ਆ। ਇਹਦੇ ਵਿੱਚੋਂ ਕੀ ਨਿਕਲਦਾ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਜਾਂ ਹਾਈ ਕੋਰਟ ਇਹਦੇ ਉੱਤੇ ਕੀ ਸਟੈਂਡ ਲੈਂਦਾ, ਇਹ ਬਾਅਦ ਵਾਲੀਆਂ ਗੱਲਾਂ ਨੇ। ਪਰ ਦੇਖਿਆ ਜਾਵੇ ਤਾਂ ਇਹ ਬਿਲਕੁਲ ਰਾਈਟ ਡਾਇਰੈਕਸ਼ਨ ਜਿਹੜੀ ਆ ਉਹ ਕਹੀ ਜਾ ਸਕਦੀ, ਕਾਨੂੰਨੀ ਲੜਾਈ, ਕਿਉਂਕਿ ਕਾਨੂੰਨ ਦੇ ਮੁਤਾਬਕ ਹੀ ਲੜਾਈ ਜਿਹੜੀ ਹੈ ਜੀ ਉਹ ਜਿੱਤੀ ਜਾ ਸਕਦੀ ਆ ਤੇ ਅਵੇਅਰ ਜਿਹੜਾ ਉਹ ਕੀਤਾ ਜਾ ਸਕਦਾ। ਪਿਛਲੀ ਸਰਕਾਰ ਨੇ ਜਿਹੜਾ ਸੀਗਾ ਉਹ ਵੋਟਾਂ ਦੇ ਵਿੱਚ ਲਾਹਾ ਲੈਣ ਦੇ ਵਾਸਤੇ ਮਸ਼ੀਨਾਂ ਵੀ ਸੱਦ ਲਈਆਂ, ਟਰੈਕਟਰ ਟਰਾਲੀਆਂ ਜਿਹੜੀਆਂ ਉਹ ਸੱਦ ਲਈਆਂ, ਚਲੋ ਜੀ ਚਲੋ ਨਹਿਰ ਪੂਰੋ। ਨਹਿਰ ਕੁਛ ਲੋਕ ਜਿਹੜੇ ਸੀਗੇ ਜੀ ਉਹ ਭਾਵਕ ਹੋਏ ਪੂਰਦੇ ਰਹੇ ਤੇ ਕੁਛ ਜਿਹੜੇ ਸੀ ਉਹ ਲੈ ਕੇ ਟਰੈਕਟਰ ਟਰਾਲੀਆਂ ਤੇ ਰੁੱਖ ਹੀ ਸਾਰੇ ਵੱਢ ਕੇ ਲੈ ਗਏ। ਉਹ ਨਹਿਰ ਦੇ ਉੱਤੋਂ ਰਾਤੋਂ ਰਾਤ ਪੱਟ ਕੇ ਜਿਹੜਾ ਲੈ ਗਏ, ਉਹ ਆਪਣਾ ਜਿਹੜਾ ਸੀ ਉਹ ਸੂਤ ਕਰਕੇ ਲੈ ਗਏ। ਉਹਦੇ ਵਿੱਚੋਂ ਕੀ ਨਿਕਲਿਆ? ਕੁਛ ਵੀ। ਇਹ ਜਿਹੜਾ ਤਰੀਕਾ ਡਾਕਟਰ ਗਾਂਧੀ ਹੋਰਾਂ ਨੇ ਅਪਣਾਇਆ, ਇਹਦੀ ਇਸ ਪੱਖੋਂ ਜਿਹੜੀ ਹੈ ਜੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਕਿ ਤਰੀਕਾ ਜਿਹੜਾ ਹੈ ਜੀ ਇਹੀ ਹੈ ਜਿਹਦੇ ਨਾਲ ਇਹ ਲੜਾਈ ਜਿਹੜੀ ਹੈ ਜੀ ਉਹ ਲੜੀ ਜਾ ਸਕਦੀ ਹੈ। ਇੱਕ ਜਿਹੜੀ ਅਕਾਲੀ ਮਾਰਕੀਟ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਇਹ ਜਿਹੜੀ ਅਕਾਲੀ ਮਾਰਕੀਟ ਆ ਹੁਣ ਢਾਈ ਜਾਊਗੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ 1000 ਕਮਰਿਆਂ ਦੀ ਸਰਾਂ ਬਣਾਉਣ ਦੀ ਯੋਜਨਾ ਜਿਹੜੀ ਹੈ ਜੀ ਉਹ ਬਣਾਈ ਗਈ ਆ। ਇਹਦੇ ਵਾਸਤੇ 10 ਕਰੋੜ ਰੁਪਏ ਜਿਹੜੇ ਆ ਉਹ ਰੱਖੇ ਗਏ ਆ। ਹਰਿਮੰਦਰ ਸਾਹਿਬ ਸਮੂਹ ਦੇ ਨੇੜੇ ਅਕਾਲੀ ਮਾਰਕੀਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ 5 ਏਕੜ ਜ਼ਮੀਨ ਹੈ ਔਰ ਇਹਦੇ ਵਿੱਚ 100 ਤੋਂ ਵੱਧ ਦੁਕਾਨਾਂ ਬਣੀਆਂ ਹੋਈਆਂ ਨੇ। ਜ਼ਮੀਨ ਦਾ ਵੱਡਾ ਹਿੱਸਾ ਜਿਹੜਾ ਜੀ ਉਹ ਖਾਲੀ ਆ। ਇਸ ਜ਼ਮੀਨ ਦੇ ਉੱਤੇ ਪਹਿਲਾਂ ਵੀ ਸ਼ਰਾਬ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਉਦੋਂ ਨਕਸ਼ਾ ਵੀ ਤਿਆਰ ਕੀਤਾ ਗਿਆ ਸੀ, ਪਰ ਯੋਜਨਾ ਕਿਸੇ ਪਾਸੇ ਜਿਹੜੀ ਜੀ ਉਹ ਚੜੀ ਨਹੀਂ।
ਅਵਤਾਰ ਸਿੰਘ ਮੱਕੜ ਹੋਰਾਂ ਦੇ ਵੇਲੇ ਇਸ ਜਗ੍ਹਾ ਦੇ ਉੱਤੇ ਅਜਾਇਬ ਘਰ ਬਣਾਉਣ ਦੀ ਯੋਜਨਾ ਵੀ ਸੀਗੀ, ਪਰ ਇਹ ਯੋਜਨਾ ਵੀ ਜਿਹੜੀ ਜੀ ਖੂਹ ਖਾਤੇ ਪੈ ਗਈ। ਇੱਕ ਵਾਰੀ ਫੇਰ ਮੁੜ ਕੇ ਇਸ ਜ਼ਮੀਨ ਦੇ ਉੱਤੇ 1000 ਕਮਰਿਆਂ ਦੀ ਸਰਾਂ ਬਣਾਉਣ ਦੀ ਜਿਹੜੀ ਹੈ ਜੀ ਉਹ ਯੋਜਨਾ ਬਣਾਈ ਗਈ ਆ। ਇਹ ਰਕਮ ਪਹਿਲੇ ਪੜਾਅ ਦੀ ਉਸਾਰੀ ਦੇ ਵਾਸਤੇ ਰੱਖੀ ਗਈ ਆ। ਇਸ ਜ਼ਮੀਨ ਦੇ ਉੱਤੇ ਉਸਾਰੀ ਜਾਣ ਵਾਲੀ ਸਰਾਂ ਦਾ ਨਕਸ਼ਾ ਲੁਧਿਆਣੇ ਦੀ ਕੰਪਨੀ ਦੇ ਕੋਲੋਂ ਤਿਆਰ ਜਿਹੜਾ ਜੀ ਉਹ ਕਰਵਾਇਆ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜੇ ਇਹ ਜਦੋਂ ਇਹ ਸਰਾਂ ਤਿਆਰ ਹੋ ਜਾਂਦੀ ਆ ਤੇ ਇਹ ਵੱਡੀ ਜਿਹੜੀ ਮੁਸ਼ਕਲ ਆਉਂਦੀ ਹੈ, ਜਿਹੜੇ ਉੱਥੇ ਯਾਤਰੂ ਜਾਂਦੇ ਨੇ ਉਹਨਾਂ ਦੀ ਇਹ ਹੱਲ ਹੋ ਜਿਹੜੀ ਸਕਦੀ ਆ। ਇਹ ਵੀ ਕਿਹਾ ਗਿਆ ਜੀ ਕਿ ਇਹਦੇ ਰਾਹ ਦੇ ਵਿੱਚ ਆਉਣ ਵਾਲੇ ਜਿਹੜੇ ਅੜਿੱਕੇ ਨੇ ਉਹ ਖਤਮ ਕਰਨ ਦੇ ਵਾਸਤੇ ਵੀ ਚਾਰਾਜੋਈ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਖਾਸ ਤੌਰ ਦੇ ਉੱਤੇ ਨਕਸ਼ੇ ਵਗੈਰਾ ਦੇ ਵਿੱਚ ਕੁਝ ਮੁਸ਼ਕਿਲਾਂ ਆ ਸਕਦੀਆਂ ਨੇ, ਕਿਉਂਕਿ ਇਹ ਉੱਚੀ ਜਿਹੜੀ ਹੈ ਜੀ ਉਹ ਬਿਲਡਿੰਗ ਹੋਣੀ ਆ। ਉਹਦੇ ਵਾਸਤੇ ਸਿਟੀ ਤੋਂ ਪਰਮਿਸ਼ਨ ਜਿਹੜੀ ਹੈ ਜੀ ਉਹ ਲੈਣੀ ਪੈਣੀ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਇਹਦੇ ਵਿੱਚ ਵੱਡੀ ਪਾਰਕਿੰਗ ਤੇ ਦੁਕਾਨਾਂ ਵੀ ਜਿਹੜੀਆਂ ਨੇ ਸਰਾਂ ਦੇ ਹੇਠਾਂ ਬਣਾਈਆਂ ਜਾਣਗੀਆਂ ਤਾਂ ਕਿ ਉਹਨਾਂ ਨੂੰ ਜਿਹੜਾ ਜੀ ਉਹ ਵਰਤਿਆ ਜਾ ਸਕੇ ਕਮਰਸ਼ੀਅਲ ਤੌਰ ਦੇ ਉੱਤੇ ਵੀ। ਕੱਲ ਜਿਹੜਾ ਸੀਗਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਡੇਰਾ ਹੈ ਸਰਸੇ ਵਾਲਾ, ਉਹਦੀ ਚੰਗੀ ਖਿਚਾਈ ਜਿਹੜੀ ਜੀ ਉਹ ਬੈਂਚ ਨੇ ਇੱਕ ਵਾਰੀ ਫੇਰ ਕੀਤੀ। ਕਾਰਨ ਸੀਗਾ ਜੀ ਇਹ ਆਖਿਆ ਗਿਆ ਕਿ ਜਿਹੜੀ ਡੇਰੇ ਦੀ ਚੇਅਰਪਰਸਨ ਹੈ ਜਿਹੜੀ ਉਹਦੀ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋ ਸਕੀ। ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹਦੀ ਖਿਚਾਈ ਇਸ ਮਾਮਲੇ ਦੇ ਉੱਤੇ ਜਿਹੜੀ ਜੀ ਉਹ ਕੀਤੀ ਗਈ ਕਿ ਉਹ ਕਿੱਥੇ ਗਾਇਬ ਹੋ ਗਈ, ਜਦੋਂ ਕਿ ਉਹ ਪਹਿਲਾਂ 1-2 ਵਾਰੀ ਜਿਹੜਾ ਜੀ ਉਹ ਪੇਸ਼ ਵੀ ਹੋਈ। ਸਾਰੀ ਡਿਟੇਲ ਜਿਹੜੀ ਸੀ ਉਹ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਹ ਜਿਹੜਾ ਬੈਂਚ ਸੀਗਾ ਜੀ ਉਹਨੇ ਪੁੱਛਿਆ ਕਿ ਹਰਿਆਣਾ ਸਰਕਾਰ ਦੱਸੇ ਕਿ ਇਹ ਡੇਰੇ ਨੇ ਏਡਾ ਵੱਡਾ ਆਪਣਾ ਸਾਮਰਾਜ ਜਿਹੜਾ ਸੀਗਾ ਜੀ ਉਹ ਕਿਵੇਂ ਖਿਲਾਰ ਲਿਆ ਸਾਲਾਂ ਦੇ ਵਿੱਚ। ਔਰ ਇਹ ਵੀ ਪੁੱਛਿਆ ਕਿ ਇਹਨੂੰ ਪਿੰਡ ਦਾ ਦਰਜਾ ਕਿਹੜੇ ਕਾਨੂੰਨ ਦੇ ਤਹਿਤ ਹਰਿਆਣੇ ਦੀ ਸਰਕਾਰ ਨੇ ਦੇ ਦਿੱਤਾ। ਇਹ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਇਹ ਸਰਸੇ ਵਾਲੇ ਦਾ ਡੇਰਾ ਉਹਨੂੰ ਪਿੰਡ ਦਾ ਜਿਹੜਾ ਜੀ ਦਰਜਾ ਦਿੱਤਾ ਹੋਇਆ ਹਰਿਆਣੇ ਦੀ ਸਰਕਾਰ ਨੇ। ਹਾਲਾਂਕਿ ਹਰਿਆਣੇ ਦੀ ਸਰਕਾਰ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਹੋਏ ਜਿਹੜੇ ਵਕੀਲ ਸੀ ਉਹਨਾਂ ਨੇ ਕਿਹਾ ਕਿ ਡੇਰੇ ਦਾ ਕ੍ਰਿਕਟ ਸਟੇਡੀਅਮ, ਸਿਨੇਮਾ ਹਾਲ ਤੇ 13 ਇਸ ਤਰ੍ਹਾਂ ਦੀਆਂ ਬਿਲਡਿੰਗਾਂ ਨੇ ਜਿਨ੍ਹਾਂ ਨੂੰ ਗੈਰ ਕਾਨੂੰਨੀ ਠਹਿਰਾਇਆ ਗਿਆ। ਔਰ ਸਰਕਾਰ ਨੇ ਡੇਰੇ ਨੂੰ ਦਿੱਤੀ ਛੋਟ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਹੈ ਔਰ ਨਵੇਂ ਸਿਰੇ ਤੋਂ CLU ਜਾਰੀ ਕਰਨ ਸੰਬੰਧੀ ਡੇਰੇ ਦੀਆਂ ਜਿਹੜੀਆਂ ਐਪਲੀਕੇਸ਼ਨ ਆਈਆਂ ਸੀਗੀਆਂ ਉਹ ਖਾਰਜ ਕਰ ਦਿੱਤੀਆਂ ਗਈਆਂ ਨੇ। ਡੇਰੇ ਦੇ ਵਕੀਲ ਜਿਹੜੇ ਸੀਗੇ ਜੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਕੂਲ ਤੇ ਕਾਲਜ ਨੇ ਡੇਰੇ ਦੇ ਉਹਨਾਂ ਨੂੰ ਚਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ, ਇਹਦੇ ਨਾਲ ਨੁਕਸਾਨ ਜਿਹੜਾ ਜੀ ਉਹ ਸਟੂਡੈਂਟ ਦਾ ਹੋ ਰਿਹਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੀ ਪਰਮਿਸ਼ਨ ਦਿੱਤੀ ਪਰ ਸ਼ਰਤਾਂ ਦੇ ਤਹਿਤ। ਇੱਕ ਤਾਂ ਜਿਹੜੀ ਗਵਰਨਿੰਗ ਬਾਡੀ ਹੈ, ਐਡਹੌਕ ਗਵਰਨਿੰਗ ਬਾਡੀ ਹੈ, ਉਹ ਇਹਨੂੰ ਚਲਾਊਗੀ। ਜਿਹੜੇ ਸਿੱਖਿਆ ਆਫਿਸਰ ਨੇ ਉਹ ਇਹਦੇ ਹੈੱਡ ਹੋਣਗੇ। ਇਸ ਕਮੇਟੀ ਦੇ ਵਿੱਚ ਰਿਟਾਇਰਡ ਹੈਡਮਾਸਟਰ ਤੇ ਪ੍ਰਿੰਸੀਪਲ ਜਿਹੜੇ ਨੇ ਉਹ ਲਏ ਜਾਣਗੇ। ਉਹ ਕਮੇਟੀ ਬਣੂਗੀ ਐਡਹੌਕ ਕਮੇਟੀ, ਉਹ ਇਹਨੂੰ ਜਿਹੜਾ ਜੀ ਉਹ ਚਲਾਊਗੀ। ਦੂਸਰਾ ਜਿਹੜਾ ਜੀ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ED ਤੇ ਇਨਕਮ ਟੈਕਸ ਡਿਪਾਰਟਮੈਂਟ ਹੈ ਉਹਨਾਂ ਨੇ ਮਾਮਲਾ ਜਿਹੜਾ ਜੀ ਦਰਜ ਕੀਤਾ ਇੱਕ ਹੋਰ ਸਰਸੇ ਵਾਲੇ ਦੇ ਉੱਤੇ। ਜਦੋਂ ED ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹ ਸ਼ਾਮਲ ਹੋ ਗਈ ਹੈ, ਇਟ ਮੀਨਸ ਕਿ ਮਨੀ ਲਾਂਡਰਿੰਗ ਦਾ ਮਾਮਲਾ ਜਿਹੜਾ ਜੀ ਉਹ ਨਾਲ ਇਹਦੇ ਸ਼ਾਮਲ ਹੋ ਜਾਊਗਾ। ਔਰ ਜਿਹੜਾ ਵਿਦੇਸ਼ਾਂ ਦੇ ਵਿੱਚ ਪੈਸਾ ਇੱਥੇ ਸਰਸੇ ਤੋਂ ਜਿਹੜਾ ਜੀ ਉਹ ਚੁੱਕ ਕੇ ਬਾਹਰ ਭੇਜਿਆ ਗਿਆ, ਉਹ ਮਾਮਲੇ ਦੀ ਜਾਂਚ ਜਿਹੜੀ ਜੀ ਉਹ ਕਰੂਗਾ। ਪੰਜਾਬ ਹਰਿਆਣਾ ਹਾਈ ਕੋਰਟ ਨੇ ED ਤੇ ਜਿਹੜੇ ਇਨਕਮ ਟੈਕਸ ਡਿਪਾਰਟਮੈਂਟ ਹੈ ਉਹਨੂੰ ਜਿੰਨੇ ਲੋੜੀਂਦੇ ਕਾਗਜ਼ਾਤ ਨੇ ਉਹ ਡੇਰੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪ੍ਰੋਵਾਈਡ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਇਹ ਨਵਾਂ ਮਾਮਲਾ ਜਿਹੜਾ ਜੀ ਗੁਰਮੀਤ ਰਾਮ ਰਹੀਮ ਦੇ ਉੱਤੇ ਦਰਜ ਜਿਹੜਾ ਹੋ ਗਿਆ। ਇਹ ਸਨ ਜੀ ਅੱਜ ਦੀਆਂ ਕੁਝ ਅਹਿਮ ਗੱਲਾਂ ਬਾਤਾਂ। ਬਹੁਤ ਧੰਨਵਾਦ ਤੁਹਾਡਾ ਦਿਲਪ੍ਰੀਤ ਜੀ, ਮਿਹਰਬਾਨੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਅੱਜ ਦੇ ਬੁਲੇਟਿਨ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਤੇ ਇੱਦਾਂ ਹੀ ਹੁਣ ਲੈਂਦੇ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।